ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਚਰਚਾ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਅਮਰੀਕਾ ਦੀ ਧਰਤੀ ਦੇ ਉੱਤੇ ਇੱਕ ਨਾਂ ਅੱਜ ਕੱਲ੍ਹ ਖਾਸ ਚਮਕਦਾ ਪਿਆ ਹੈ। ਮੋਦੀ ਸਾਹਿਬ ਦੀ ਯਾਤਰਾ ਤੋਂ ਬਾਅਦ ਬਰਾਕ ਓਬਾਮਾ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਭਾਰਤ ਦੇ ਵਿੱਚ ਜਿਹੜੀ ਮਾਈਨੋਰਿਟੀ ਹੈ, ਅਲਪ ਸੰਖਿਅਕ ਨੇ, ਉਹਨਾਂ ਬਾਰੇ ਮੋਦੀ ਸਾਹਿਬ ਦੀ ਗਵਰਨਮੈਂਟ ਕੀ ਕਰ ਰਹੀ ਹੈ। ਖਾਸ ਕਰਕੇ ਇਸ ਗੱਲ ਦੇ ਉੱਤੇ ਜ਼ਿਕਰ ਕੀਤਾ ਗਿਆ ਕਿ ਭਾਰਤ ਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਨੇ, ਡਾਈਵਰਸਿਟੀ ਹੈ, ਔਰ ਜੇ ਹਰੇਕ ਨੂੰ ਉਹਦਾ ਬਣਦਾ ਹੱਕ ਨਹੀਂ ਮਿਲਦਾ ਤਾਂ ਕਿਸੇ ਪੁਆਇੰਟ ਤੇ ਪਹੁੰਚ ਕੇ ਇਹ ਹਾਲਾਤ ਵੀ ਬਣ ਸਕਦੇ ਨੇ ਕਿ ਭਾਰਤ ਦੀ ਅਖੰਡਤਾ ਦੇ ਉੱਤੇ ਇੱਕ ਰਿਸਕ ਪੈਦਾ ਹੋ ਜਾਏ। ਭਾਰਤ ਕਿਤੇ ਨਾ ਕਿਤੇ ਬਿਖਰਨ ਦੇ, ਕਿਤੇ ਨਾ ਕਿਤੇ ਟੁੱਟਣ ਦੇ ਪੁਆਇੰਟ ਤੇ ਪਹੁੰਚ ਸਕਦਾ ਜੇ ਇਸੇ ਤਰ੍ਹਾਂ ਦੇ ਹਾਲਾਤ ਚੱਲਦੇ ਰਹੇ। ਲੋਕਾਂ ਦੇ ਮਨ ਦੇ ਵਿੱਚ ਇੰਨਾ ਗੁੱਸਾ ਭਰਿਆ ਪਿਆ ਤਾਂ ਉਸ ਦੇ ਲਈ ਭਾਰਤ ਸਰਕਾਰ ਯਾਨੀ ਕਿ ਮੋਦੀ ਸਰਕਾਰ ਕੀ ਕਦਮ ਚੁੱਕ ਰਹੀ ਹੈ। ਬਰਾਕ ਓਬਾਮਾ ਕਹਿੰਦੇ ਨੇ ਕਿ ਅਗਰ ਮੈਨੂੰ ਮੌਕਾ ਮਿਲਦਾ ਹੈ ਮੋਦੀ ਸਾਹਿਬ ਨੂੰ ਮਿਲਣ ਦਾ ਤੇ ਮੈਂ ਉਹਨਾਂ ਤੋਂ ਇਹ ਸਵਾਲ ਪੁੱਛਾਂਗਾ। ਉਹਨਾਂ ਨੇ ਇਹ CNN ਦੀ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਤੇ ਉਸ ਤੋਂ ਬਾਅਦ ਅਮਰੀਕਾ ਦੀ ਧਰਤੀ ਦੇ ਉੱਤੇ ਪ੍ਰਤੀਕਿਰਿਆ ਸ਼ੁਰੂ ਹੋ ਗਈ। ਕੁਝ ਲੋਕ ਉਹਨਾਂ ਦੇ ਸਪੋਰਟ ਵਿੱਚ ਆ ਗਏ, ਕੁਝ ਲੋਕ ਸਪੋਰਟ ਦੇ ਵਿੱਚ ਨਹੀਂ ਆਏ। ਕੁੱਲ ਮਿਲਾ ਕੇ ਹਾਲਾਤ ਇਹ ਬਣੇ ਹੋਏ ਨੇ ਉੱਥੇ ਇਸ ਬਿਆਨ ਨੂੰ ਲੈ ਕੇ ਕਿ ਬਰਾਕ ਓਬਾਮਾ ਸਾਹਿਬ ਨੇ ਇਹ ਗੱਲ ਕਿਉਂ ਕਹੀ। 44ਵੇਂ ਰਾਸ਼ਟਰਪਤੀ ਨੇ ਉਹ ਅਮਰੀਕਾ ਦੇ ਔਰ ਮੋਦੀ ਸਾਹਿਬ ਦੇ ਖਾਸ ਨਜ਼ਦੀਕ ਰਹੇ ਨੇ। ਮੋਦੀ ਸਾਹਿਬ ਕਿਸੇ ਵਕਤ ਉਹਨਾਂ ਦੇ ਫਸਟ ਨਾਮ ਤੋਂ ਬੁਲਾਉਂਦੇ ਸੀ, ਬਰਾਕ ਕਹਿ ਕੇ, ਔਰ ਦੁਨੀਆ ਦੇ ਸਾਹਮਣੇ ਇਹ ਇਮੇਜ ਰੱਖੀ ਜਾਂਦੀ ਸੀ ਕਿ ਬਰਾਕ ਓਬਾਮਾ ਸਾਹਿਬ ਨਾਲ ਉਹਨਾਂ ਦੀਆਂ ਕਿੰਨੀਆਂ ਨਜ਼ਦੀਕੀਆਂ ਨੇ। ਔਰ ਅੱਜ ਇਹ ਸਵਾਲ ਪੈਦਾ ਹੋਇਆ। ਅੰਤਰਰਾਸ਼ਟਰੀ ਧਾਰਮਿਕ ਮਾਮਲਿਆਂ ਦੀ ਜੋ ਸੰਸਥਾ ਹੈ, ਆਜ਼ਾਦੀ ਹੈ ਸਭ ਨੂੰ ਆਪਣੇ ਧਰਮ ਦੀ, ਉਹਦਾ ਜੋ ਅਮਰੀਕੀ ਆਯੋਗ ਹੈ ਉਸ ਦੇ ਪੂਰਵ ਚੀਫ, ਐਕਸ ਚੀਫ ਮੂਰ ਸਾਹਿਬ, ਜੌਨੀ ਮੂਰ, ਉਹਨਾਂ ਨੇ ਇਸ ਗੱਲ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਹੈ ਕਿ ਓਬਾਮਾ ਸਾਹਿਬ ਆਪਣੀ એનર્ਜੀ ਇਸ ਵਾਸਤੇ ਨਾ ਲਾਉਣ ਕਿ ਉਹਨਾਂ ਨੇ ਮੋਦੀ ਸਾਹਿਬ ਨੂੰ ਜਾਂ ਮੋਦੀ ਸਾਹਿਬ ਦੀ ਗਵਰਨਮੈਂਟ ਨੂੰ ਕਿੱਦਾਂ ਕ੍ਰਿਟਿਸਾਈਜ਼ ਕਰਨਾ ਹੈ। ਉਹ ਇਸ ਪਾਸੇ ਲਗਾਉਣ ਕਿ ਉਹਨਾਂ ਨੇ ਭਾਰਤ ਦੀ ਤਾਰੀਫ ਕਿਵੇਂ ਕਰਨੀ ਹੈ, ਕਿਉਂਕਿ ਭਾਰਤ ਦੇ ਨਾਲ ਸਾਡੇ ਸੰਬੰਧ, ਦੁਵੱਲੇ ਸੰਬੰਧ ਬਹੁਤ ਵਧੀਆ ਨੇ, ਬਹੁਤ ਵਧੀਆ ਹੋਣ ਜਾ ਰਹੇ ਨੇ। 20 ਸਾਲ ਪਹਿਲਾਂ ਜਦੋਂ ਜਾਰਜ ਬੁਸ਼ ਸਾਹਿਬ ਨੇ ਅਮਰੀਕਾ ਤੇ ਭਾਰਤ ਨੂੰ ਨਜ਼ਦੀਕ ਲਿਆਉਣਾ ਸ਼ੁਰੂ ਕੀਤਾ ਤੇ ਉਹ ਇਹ ਪਹਿਲ ਅੱਗੇ ਵੱਧਦੀ ਜਾ ਰਹੀ ਹੈ। ਉਹਦੇ ਵਿੱਚ ਕਿਸੇ ਕਿਸਮ ਦਾ ਅੜਿੱਕਾ ਨਹੀਂ ਪੈਣਾ ਚਾਹੀਦਾ ਇਸ ਤਰ੍ਹਾਂ ਦੇ ਬਿਆਨ ਦੇ ਨਾਲ, ਕਿਉਂਕਿ ਮੋਦੀ ਸਾਹਿਬ ਨੂੰ ਜਾਂ ਮੋਦੀ ਸਾਹਿਬ ਦੀ ਸਰਕਾਰ ਨੂੰ ਤੁਸੀਂ ਜਿਸ ਨਜ਼ਰੀਏ ਨਾਲ ਦੇਖਦੇ ਹੋ ਉਹ ਤੁਹਾਡਾ ਆਪਣਾ ਨਜ਼ਰੀਆ ਹੋ ਸਕਦਾ ਹੈ, ਪਰ ਜੋ ਭਾਰਤ ਲਈ ਤੁਹਾਡਾ ਨਜ਼ਰੀਆ ਹੋਣਾ ਚਾਹੀਦਾ ਉਹ ਇੱਕ ਪੋਜ਼ਿਟਿਵ ਹੋਣਾ ਚਾਹੀਦਾ। ਹੁਣ ਇੱਥੇ ਗੱਲ ਇਹ ਵੀ ਆਉਂਦੀ ਹੈ ਕਿ ਭਾਰਤ ਆਪਣੀ ਜਗ੍ਹਾ, ਮੋਦੀ ਸਰਕਾਰ ਆਪਣੀ ਜਗ੍ਹਾ। ਭਾਰਤ ਨੂੰ ਔਰ ਮੋਦੀ ਸਰਕਾਰ ਨੂੰ ਕਈ ਲੋਕ ਵੱਖ-ਵੱਖ ਦੇਖਦੇ ਨੇ, ਕਈ ਲੋਕ ਇੱਕੋ ਦੇਖਦੇ ਨੇ, ਔਰ ਇਹ ਵੀ ਆਪਣਾ ਆਪਣਾ ਨਜ਼ਰੀਆ ਹੈ। ਸੋ ਕੁੱਲ ਮਿਲਾ ਕੇ ਇਹ ਇੱਕ ਮਿਕਸ ਜਿਹਾ ਸਾਰਾ ਵਾਤਾਵਰਣ ਉੱਥੇ ਬਣਿਆ ਹੋਇਆ ਹੈ। ਇਸ ਬਿਆਨ ਨੂੰ ਲੈ ਕੇ ਵਾਈਟ ਹਾਊਸ ਤੱਕ ਵੀ ਚਰਚਾ ਹੋ ਰਹੀ ਹੈ ਕਿ ਸਾਬਕਾ ਰਾਸ਼ਟਰਪਤੀ, 44ਵੇਂ ਰਾਸ਼ਟਰਪਤੀ ਅਮਰੀਕਾ ਦੇ ਇਹ ਵਿਚਾਰ ਦਿੰਦੇ ਨੇ CNN ਦੀ ਇੰਟਰਵਿਊ ਦੇ ਵਿੱਚ। ਖੈਰ, ਭਾਰਤੀ ਮੀਡੀਆ ਦੇ ਵਿੱਚ, ਭਾਰਤੀ ਸਿਆਸਤ ਦੇ ਵਿੱਚ ਵੀ ਇਸ ਬਿਆਨ ਦਾ ਖਾਸ ਜ਼ਿਕਰ ਹੈ। ਜੋ ਲੋਕ ਮੋਦੀ ਸਰਕਾਰ ਦੇ ਜਾਂ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਵਿੱਚ ਨੇ, ਵਿਰੋਧੀ ਧਿਰ ਨੇ, ਉਹ ਬਰਾਕ ਓਬਾਮਾ ਸਾਹਿਬ ਦੇ ਇਸ ਬਿਆਨ ਦੇ ਉੱਤੇ ਬਹੁਤ ਸਪੋਰਟ ਦੇ ਰਹੇ ਨੇ ਕਿ ਉਹਨਾਂ ਨੇ ਜੋ ਕਿਹਾ ਸਹੀ ਕਿਹਾ, ਕਿਉਂਕਿ ਭਾਰਤ ਦੇ ਵਿੱਚ ਅਜਿਹੇ ਹਾਲਾਤ ਪੈਦਾ ਹੋ ਗਏ ਨੇ ਜਾਂ ਇਹੋ ਜਿਹੇ ਹਾਲਾਤ ਪੈਦਾ ਹੋ ਰਹੇ ਨੇ। ਪਰ ਜੋ BJP ਦੇ ਸਾਰੇ ਮੈਂਬਰਸ ਨੇ ਜਾਂ BJP ਨੂੰ ਸਪੋਰਟ ਕਰਨ ਵਾਲੇ ਨੇ, ਉਹ ਬਰਾਕ ਓਬਾਮਾ ਸਾਹਿਬ ਦੇ ਇਸ ਬਿਆਨ ਦੇ ਉੱਤੇ ਪ੍ਰਤੀਕਿਰਿਆ ਇਹ ਦੇ ਰਹੇ ਨੇ ਕਿ ਉਹਨਾਂ ਨੇ ਜੋ ਕਿਹਾ ਹੈ ਉਹਦੇ ਵਿੱਚ ਪੂਰਨ ਸੱਚਾਈ ਨਹੀਂ ਹੈ, ਪੂਰਾ ਸੱਚ ਨਹੀਂ ਹੈ। ਸੋ ਇਹ ਸੱਚਾਈ ਕੀ ਹੈ ਔਰ ਕਿਸ ਤਰ੍ਹਾਂ ਬਾਹਰ ਆਉਂਦੀ ਹੈ, ਇਹ ਆਉਣ ਵਾਲਾ ਵਕਤ ਦੱਸੇਗਾ। ਹੁਣ ਆਪਾਂ ਵੱਧਦੇ ਹਾਂ ਭਾਰਤ ਦੇ ਮੁੱਦੇ ਦੇ ਉੱਤੇ, ਪੰਜਾਬ ਦੇ ਮੁੱਦੇ ਦੇ ਉੱਤੇ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਪੋਲੀਟੀਕਲ ਐਨਾਲਿਸਟ ਪਵਨਦੀਪ ਸ਼ਰਮਾ। ਵੈਲਕਮ ਟੂ ਪੰਜਾਬ ਚਰਚਾ। ਪਵਨ ਜੀ। ਧੰਨਵਾਦ ਸੰਜੀਵ ਜੀ, ਔਰ ਪੰਜਾਬ ਮੇਲ USA TV ਦੇਖ ਰਹੇ ਨੈਸ਼ਨਲ ਇੰਟਰਨੈਸ਼ਨਲ ਵਿਊਜ਼ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਵਨ ਜੀ, ਇੱਥੇ ਵੀ ਚਰਚਾ ਮਗੀ ਹੋਈ ਹੈ ਭਾਰਤ ਦੀ ਧਰਤੀ ਦੇ ਉੱਤੇ ਕਿ ਸਨ 2024 ਦੀਆਂ ਇਲੈਕਸ਼ਨਸ ਨੂੰ ਲੈ ਕੇ ਕੀ ਸਟ੍ਰੈਟਜੀ ਹੋਣੀ ਚਾਹੀਦੀ ਹੈ ਵਿਰੋਧੀ ਧਿਰਾਂ ਦੀ, ਕੀ ਯੋਜਨਾਬੰਦੀ ਹੋਣੀ ਚਾਹੀਦੀ ਹੈ। ਔਰ ਪਿਛਲੇ ਦਿਨੀ ਪਟਨਾ ਸਾਹਿਬ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਜਿਹਦੇ ਵਿੱਚ 17 ਦੇ ਕਰੀਬ ਵਿਰੋਧੀ ਧਿਰ ਇਕੱਠੇ ਹੋਏ, ਪੋਲੀਟੀਕਲ ਪਾਰਟੀਆਂ ਇਕੱਠੀਆਂ ਹੋਈਆਂ ਨਿਤਿਸ਼ ਕੁਮਾਰ ਜੀ ਦੇ ਬੁਲਾਵੇ ਦੇ ਉੱਤੇ। ਲਾਲੂ ਪ੍ਰਸਾਦ ਯਾਦਵ ਵੀ ਹੁਣ ਠੀਕ ਨੇ ਔਰ ਉਹ ਵੀ ਇਸ ਮੀਟਿੰਗ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਮੌਜੂਦ ਸਨ, ਔਰ ਮਮਤਾ ਬੈਨਰਜੀ ਜੀ ਦਾ ਵੀ ਖਾਸ ਸਥਾਨ ਹੈ, ਖਾਸ ਜ਼ਿਕਰ ਮਿਲਦਾ ਹੈ ਜੋ ਬੰਗਾਲ ਦੀ ਧਰਤੀ ਤੋਂ ਨੇ। ਸੋ ਉਸ ਥਾਂ ਦੇ ਉੱਤੇ ਆ ਕੇ ਕੇਜਰੀਵਾਲ ਸਾਹਿਬ ਨੇ ਆਮ ਆਦਮੀ ਪਾਰਟੀ ਵੱਲੋਂ ਆਪਣੀ ਇੱਕ ਕੰਡੀਸ਼ਨ ਰੱਖੀ, ਉਹ ਵੀ ਉੱਥੇ ਸ਼ਾਮਿਲ ਸੀ ਕਿ ਜੋ BJP ਨਵਾਂ ਆਰਡੀਨੈਂਸ ਲੈ ਕੇ ਆ ਰਹੀ ਹੈ ਜਿਹਦੇ ਤਹਿਤ ਸਾਰੀ ਪਾਵਰ ਲੈਫਟੀਨੈਂਟ ਗਵਰਨਰ ਕੋਲ ਚਲੀ ਜਾਏਗੀ ਦਿੱਲੀ ਦੀ,
ਤੇ ਸੀਐਮ ਇੱਕ ਕਮੇਟੀ ਦੇ ਮੈਂਬਰ ਬਣ ਜਾਣਗੇ ਔਰ ਹੋਰ 2 ਸਦੱਸ ਵੀ ਹੋਣਗੇ ਜੋ ਸੈਂਟਰ ਵੱਲੋਂ ਕਮੇਟੀ ਬਣੇਗੀ। ਉਹ ਸਿਰਫ ਕਮੇਟੀ ਐਲਜੀ ਨੂੰ ਸਲਾਹ ਦੇਗੀ, ਬਾਕੀ ਸਾਰੇ ਫੈਸਲੇ ਐਲਜੀ ਦੇ ਹੋਣਗੇ, ਲੈਫਟੀਨੈਂਟ ਗਵਰਨਰ ਦੇ ਹੋਣਗੇ ਔਰ ਸੀਐਮ ਕੋਲ ਕੇਜਰੀਵਾਲ ਸਾਹਿਬ ਕੋਲੋਂ ਸਾਰੀ ਪਾਵਰ ਨਹੀਂ ਰਹਿ ਜਾਏਗੀ, ਪਾਵਰ ਵਿਡਰਾ ਕਰ ਲਿੱਤੀ ਜਾਏਗੀ। ਔਰ ਉਹਨਾਂ ਦਾ ਇਹ ਵੀ ਕਹਿਣਾ ਕਿ ਜੇ ਇਹ ਐਕਸਪੈਰੀਮੈਂਟ ਦਿੱਲੀ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਤੇ ਹੋ ਸਕਦਾ ਹੈ ਕਿ ਮੋਦੀ ਸਰਕਾਰ ਇਹ ਬਾਕੀ ਦੇ ਸੂਬਿਆਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਐਕਸਪੈਰੀਮੈਂਟ ਕਰਨਾ ਪਸੰਦ ਕਰੇ ਔਰ ਰਾਜਪਾਲ ਤੇ ਉਪ ਰਾਜਪਾਲ ਹੀ ਪੂਰਾ ਦੇਸ਼ ਚਲਾਉਣ, ਯਾਨੀ ਕਿ ਸਾਰੀ ਪਾਵਰ ਸੈਂਟਰਲਾਈਜ਼ ਹੋ ਜਾਏਗੀ। ਇਸ ਮੁੱਦੇ ਦੇ ਉੱਤੇ ਕਾਂਗਰਸ ਆਪਣਾ ਸਟੈਂਡ ਕਲੀਅਰ ਕਰੇ ਤਾਂ ਅਸੀਂ ਇਸ ਮੀਟਿੰਗ ਦੇ ਵਿੱਚ ਗੱਲ ਕਰਾਂਗੇ ਇਸ ਮੁੱਦੇ ਦੇ ਉੱਤੇ ਕਿ ਸਨ 2024 ਦੀਆਂ ਇਲੈਕਸ਼ਨਸ ਦੇ ਵਿੱਚ ਕੀ ਯੋਜਨਾ ਬੰਦੀ ਹੋਣੀ ਚਾਹੀਦੀ ਹੈ ਵਿਰੋਧੀ ਧਿਰਾਂ ਦੀ। ਤਾਂ ਖੜਗੇ ਸਾਹਿਬ ਨੇ ਥੋੜਾ ਤਿੱਖੇ ਹੋ ਕੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਜਦੋਂ ਉਹ ਆਰਡੀਨੈਂਸ ਦੀ ਗੱਲ ਹੋਏਗੀ ਉਦੋਂ ਉਸ ਵੇਲੇ ਦੇਖਾਂਗੇ, ਪਰ ਫਿਲਹਾਲ ਮੁੱਦੇ ਤੋਂ ਨਾ ਭਟਕੋ ਤੇ ਨਾ ਮੀਟਿੰਗ ਨੂੰ ਮੁੱਦੇ ਤੋਂ ਭਟਕਾਓ। ਆਪਣੀ ਗੱਲ ਬਾਅਦ ਵਿੱਚ ਰੱਖਣਾ ਕਿਉਂਕਿ ਇਸ ਵਕਤ ਮੀਟਿੰਗ ਇਸ ਏਜੰਡੇ ਤੇ ਹੈ ਕਿ ਵਿਰੋਧੀ ਧਿਰਾਂ ਦਾ ਕੀ ਕੰਮ ਹੋਣਾ ਚਾਹੀਦਾ ਹੈ। ਮਮਤਾ ਬੈਨਰਜੀ ਨੇ ਵਿੱਚ ਪੈ ਕੇ ਸੁਲ੍ਹਾ ਸਫਾਈ ਕਰਾਈ। ਸੋ ਹੁਣ ਇਸ ਮੀਟਿੰਗ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਕਿ ਵਿਰੋਧੀ ਧਿਰ ਇਕੱਠੇ ਹੋ ਸਕਣਗੇ ਜਾਂ ਇਹਨਾਂ ਵਿੱਚ ਵੀ ਆਪਸੀ ਤਾਲਮੇਲ ਨਹੀਂ ਬਣੇਗਾ ਕਿ ਮੈਂ ਬਣਾਂਗਾ ਪ੍ਰਧਾਨ ਮੰਤਰੀ ਤੇ ਪ੍ਰਧਾਨ ਮੰਤਰੀ ਕੌਣ ਬਣੇਗਾ ਸਨ 2024 ਦੀਆਂ ਇਲੈਕਸ਼ਨਸ ਦੇ ਵਿੱਚ ਮੋਦੀ ਸਾਹਿਬ ਨੂੰ ਤੇ ਭਾਰਤ ਸਰਕਾਰ ਜੋ ਇਸ ਵਕਤ ਮੋਦੀ ਸਾਹਿਬ ਦੀ ਸਰਕਾਰ ਹੈ ਤੇ ਭਾਰਤੀ ਜਨਤਾ ਪਾਰਟੀ ਨੂੰ ਚੁਣੌਤੀ ਦੇਣ ਵਾਸਤੇ ਕੌਣ ਅੱਗੇ ਆਏਗਾ? ਜੀ ਪਵਨ ਜੀ। ਦੇਖੋ ਸੰਜੀਵ ਜੀ, ਇਸ ਨਜ਼ਰੀਏ ਤੋਂ ਸਾਨੂੰ ਇੱਕ ਇੰਪੋਰਟੈਂਟ ਗੱਲ ਜਿਹੜੀ ਨਜ਼ਰ ਆ ਰਹੀ ਹੈ, ਅਸੀਂ ਪੰਜਾਬ ਦੀ ਧਰਤੀ ਦੇ ਉੱਤੋਂ ਇਸ ਵੇਲੇ ਗੱਲ ਕਰ ਰਹੇ ਹਾਂ ਔਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਹੈ, ਭਗਵੰਤ ਸਿੰਘ ਮਾਨ ਦੀ ਗਵਰਨਮੈਂਟ ਹੈ, ਜਿਹਦੇ ਕੀ ਕਨਵੀਨਰ ਅਰਵਿੰਦ ਕੇਜਰੀਵਾਲ ਬੈਠੇ ਨੇ ਜੋ ਕਿ ਦਿੱਲੀ ਵਿੱਚ ਨੇ। ਔਰ ਤੁਸੀਂ ਦੇਖੋ, ਜੇ ਅਸੀਂ ਇਸ ਪੰਜਾਬ ਦੇ ਸਿਨੈਰੀਓ ਤੋਂ ਗੱਲ ਲੈ ਕੇ ਚੱਲੀਏ ਕਿ ਦੇਸ਼ ਦੀਆਂ ਵੱਖ-ਵੱਖ ਵਿਰੋਧੀ ਧਿਰਾਂ, ਵੱਖ-ਵੱਖ ਲੀਡਰਸ, ਪੋਲੀਟੀਕਲ ਲੀਡਰ, ਸਿਆਸੀ ਪਾਰਟੀਆਂ ਦੇ ਲੀਡਰ, ਨੇਤਾ, ਅਮਲਾ ਜਾਂ ਜੋ ਵੀ ਹੈ, ਉਹਨਾਂ ਨੇ ਇਕਜੁੱਟਤਾ ਦੇ ਨਾਲ ਵੱਖ-ਵੱਖ ਮੀਟਿੰਗਸ ਕੀਤੀਆਂ ਔਰ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਦੀ ਗੱਲ ਕੀਤੀ। ਕਿਸ ਤਰ੍ਹਾਂ 2024 ਦੇ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸ ਤਰ੍ਹਾਂ ਘੇਰਨਾ, ਕਿਸ ਤਰ੍ਹਾਂ ਉਹਨਾਂ ਨੂੰ ਹਰਾਉਣ ਦੀ ਰਣਨੀਤੀ ਬਣਾਉਣੀ ਆ, ਕਿਸ ਤਰ੍ਹਾਂ ਉਹਨਾਂ ਨੂੰ ਵੱਧ ਤੋਂ ਵੱਧ ਉਹਨਾਂ ਦੀ ਪਾਰਟੀ ਨੂੰ ਪਿੱਛੇ ਧਕੇਲਣ ਦੀ ਕੋਸ਼ਿਸ਼ ਕਰਨੀ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਇਹਨਾਂ ਮੀਟਿੰਗਸ ਦੇ ਵਿੱਚ ਸੰਭਵਤਾ ਜਿਹੜੀਆਂ ਹੋਈਆਂ। ਔਰ ਇਹਦੇ ਨਾਲ ਇੰਪੋਰਟੈਂਟ ਗੱਲ ਵੇਖਣ ਵਾਲੀ ਇਹ ਵੀ ਹੈ ਕਿ ਜਿਹੜੇ ਪੋਲੀਟੀਕਲ ਲੀਡਰਸ, ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਆਮ ਆਦਮੀ ਪਾਰਟੀ ਦੇ ਜਿਹੜੇ ਪੋਲੀਟੀਕਲ ਲੀਡਰ, ਸਿਆਸੀ ਲੀਡਰ ਸਰਕਾਰਾਂ ਬਣਨ ਤੋਂ ਪਹਿਲਾਂ ਕਹਿੰਦੇ ਸੀ ਕਿ ਫਲਾਂ ਲੀਡਰ ਕਰਪਟ ਹੈਗਾ, ਫਲਾਂ ਲੀਡਰ ਸਾਡੀ ਗਵਰਨਮੈਂਟ ਆਏਗੀ, ਸਰਕਾਰ ਆਏਗੀ, ਇਕਤਦਾਰ ਦੇ ਵਿੱਚ ਅਸੀਂ ਆਵਾਂਗੇ ਤੇ ਫਲਾਣੇ ਲੀਡਰ ਨੂੰ ਫੜ ਕੇ ਅਸੀਂ ਜੇਲ੍ਹ ਦੇ ਵਿੱਚ ਭੇਜਾਂਗੇ, ਫਲਾਣੇ ਲੀਡਰ ਦੀਆਂ ਕਰਪਸ਼ਨ ਦੀਆਂ ਫਾਈਲ ਸਾਡੇ ਕੋਲ ਪਈਆਂ। ਚਾਹੇ ਸ਼ਰਦ ਪਵਾਰ ਦੀ ਗੱਲ ਹੋਵੇ, ਦਿੱਲੀ ਦੇ ਵਿੱਚ ਜਿਹੜੇ ਪੂਰਵ ਮੁੱਖ ਮੰਤਰੀ ਰਹੇ ਨੇ, ਸਵਰਗਵਾਸ ਹੋ ਗਏ ਸ਼ੀਲਾ ਦੀਕਸ਼ਿਤ ਹੋਣੀ, ਉਹਨਾਂ ਦੀ ਗੱਲ ਹੋਵੇ, ਹੋਰ ਵੀ ਵੱਖ-ਵੱਖ ਸਟੇਟ ਦੇ ਵਿੱਚ, ਪੂਰੀ ਨੇਸ਼ਨ ਦੇ ਵਿੱਚ ਜਿਹੜੇ ਲੀਡਰ ਸੀ, ਉਹਨਾਂ ਦੀ ਕਰਪਸ਼ਨ ਨੂੰ ਸਮੇਂ-ਸਮੇਂ ਸਿਰ ਅਰਵਿੰਦ ਕੇਜਰੀਵਾਲ ਉਜਾਗਰ ਕਰਦੇ ਰਹੇ। ਸੋ ਅਰਵਿੰਦ ਕੇਜਰੀਵਾਲ ਦੀ ਪ੍ਰਾਇੋਰਟੀ ਦੇ ਉੱਤੇ ਮੈਂ ਇਸ ਕਰਕੇ ਨਾਮ ਲੈ ਰਿਹਾ ਕਿ ਉਹ ਲੀਡਰ ਜਿਹੜੀ ਗੱਲ ਕਰਦੇ ਸੀ ਅਸੀਂ ਸਿਆਸਤ ਦੇ ਵਿੱਚ ਬਦਲਾਵ ਲੈ ਕੇ ਆਉਣਾ, ਅਸੀਂ ਉਹ ਰਵਾਇਤੀ ਸਿਆਸਤ ਨਹੀਂ ਕਰਨੀ, ਰਵਾਇਤੀ ਪਾਰਟੀਆਂ ਨੂੰ ਦਰਕਿਨਾਰ ਕਰਕੇ ਅਸੀਂ ਆਮ ਲੋਕਾਂ ਨੂੰ ਅੱਗੇ ਲੈ ਕੇ ਆਉਣਾ। ਫਿਰ ਵੇਖੋ ਰਣਨੀਤੀ ਕੀ ਬਣ ਰਹੀ ਕਿ ਫਿਰ ਉਹੀ ਪੋਲੀਟੀਕਲ ਲੀਡਰਸ ਕਦੀ ਯੂਪੀ ਦੇ ਵਿੱਚ ਵਿਰੋਧੀ ਪਾਰਟੀਆਂ ਕੋਲ ਜਾਂਦੇ ਆ, ਕਦੀ ਬਿਹਾਰ ਦੇ ਵਿੱਚ ਜਾਂਦੇ ਆ, ਕਦੀ ਪੱਛਮੀ ਬੰਗਾਲ ਦੇ ਵਿੱਚ ਜਾਂਦੇ ਆ, ਕਦੀ ਰਾਜਸਥਾਨ, ਗੁਜਰਾਤ, ਕਿਤੇ ਵੀ ਜਾਂਦੇ ਆ। ਉਹ ਇੱਥੋਂ ਸਮਝ ਆਉਂਦਾ ਕਿ ਇਹਨਾਂ ਪੋਲੀਟੀਕਲ ਲੀਡਰਸ ਦੀ ਮਨਸ਼ਾ ਸਿਰਫ ਤੇ ਸਿਰਫ ਇੱਕ ਹੈਗੀ ਆ ਕਿ ਕਿਸ ਤਰ੍ਹਾਂ ਇਕਤਦਾਰ ਨੂੰ ਹਾਸਲ ਕੀਤਾ ਜਾਵੇ, ਪਾਵਰ ਨੂੰ ਹਾਸਲ ਕੀਤਾ ਜਾਵੇ। ਉਹ ਨਰਿੰਦਰ ਮੋਦੀ ਨੂੰ 2000 ਦੀ ਚੋਣਾਂ ਦੇ ਵਿੱਚ, 2024 ਦੀ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਹਾਰ ਦਾ ਮੂੰਹ ਦਿਖਾਉਣਾ, ਇਹਦੇ ਲਈ ਰਣਨੀਤੀ ਤੈਅ ਕੀਤੀ ਜਾ ਰਹੀ ਹੈ। ਔਰ ਉਹ ਕਹਿੰਦੇ ਨਾ, ਮਾਤਮ ਸਰਾ ਵੀ ਹੋਤੇ हैं यूं खुद गर्ज कतील अपने दुखों पे रोते हैं लेकर किसी का नाम। ਹੁਣ ਅਰਵਿੰਦ ਕੇਜਰੀਵਾਲ ਨੇ ਜਿਹੜੀ ਐਲਜੀ ਦੀ ਗੱਲ ਕੀਤੀ ਦਿੱਲੀ ਦੇ ਵਿੱਚ ਕਿ ਮੁੱਖ ਮੰਤਰੀ ਦੀਆਂ ਪਾਵਰਸ ਨੂੰ ਖਤਮ ਕਰ ਦਿੱਤਾ ਜਾਊਗਾ, ਇੱਕ ਕਮੇਟੀ ਦਾ ਮੈਂਬਰ ਵਾਂਗ ਬਣ ਕੇ ਰਹਿ ਜਾਊਗਾ, ਸਾਰੀਆਂ ਪਾਵਰ ਜਿਹੜੀਆਂ ਐਲਜੀ ਨੂੰ ਜਾਣਗੀਆਂ, ਇਦਾਂ ਦੀ ਅਮੈਂਡਮੈਂਟ ਹੋਣ ਜਾ ਰਹੀ ਹੈ, ਸੈਂਟਰ ਗਵਰਨਮੈਂਟ ਇਦਾਂ ਦੇ ਮਾਮੂਲ ਲੈ ਕੇ ਆ ਰਹੀ ਹੈ। ਉੱਥੋਂ ਸਿੱਧਾ ਸਮਝ ਆਉਂਦਾ ਕਿ ਨਾਮ ਜਿਹੜਾ ਬਾਕੀ ਸਿਆਸੀ ਪਾਰਟੀਆਂ ਦੇ ਨਾਲ ਚੱਲ ਕੇ ਰੋਣਾ ਇਹਨਾਂ ਨੂੰ ਅਸਲ ਦੇ ਵਿੱਚ ਆਪਣੀ ਤਾਕਤ ਹੈ। ਉਹਦੇ ਡਰ ਨਾਲ ਹੀ ਫਿਰ ਇਹ ਭੱਜੇ ਫਿਰਦੇ ਆ ਸਾਰੇ ਪੋਲੀਟੀਕਲ ਲੀਡਰਸ ਕੋਲ, ਸਾਰੀਆਂ ਪਾਰਟੀਆਂ ਕੋਲ, ਜਿਨ੍ਹਾਂ ਦੇ ਉੱਤੇ ਪਹਿਲਾਂ ਐਡੇ ਵੱਡੇ ਆਰੋਪ ਪ੍ਰਤਿਆਰੋਪ ਲਾਉਂਦੇ ਸੀ। ਮੈਂ ਕਹਿੰਦਾ ਕਿ ਕਾਲੇ ਧੱਬੇ ਵਰਗੇ ਦਾਗ ਇਹਨਾਂ ਦੇ ਉੱਤੇ ਲਾਉਂਦੇ ਸੀ, ਵੱਡੀਆਂ ਕਰਪਸ਼ਨ ਦੱਸਦੇ ਸੀ ਕਿ ਇਹਨਾਂ ਲੀਡਰਸ ਨੂੰ ਤੇ ਜੇਲ੍ਹ ਦੇ ਬਾਹਰ ਹੋਣਾ ਹੀ ਨਹੀਂ ਚਾਹੀਦਾ, ਇਹਨਾਂ ਲੀਡਰਸ ਨੂੰ ਤੇ ਦੇਸ਼ ਦੇ ਵਿੱਚ ਰਹਿਣ ਦਾ ਹੱਕ ਨਹੀਂ ਹੈਗਾ। ਅੱਜ ਉਹਨਾਂ ਦੇ ਨਾਲ ਹੀ ਜਾ ਕੇ ਮੀਟਿੰਗਸ ਕਰ ਰਹੇ ਆ। ਸੋ ਇੱਥੋਂ ਸਮਝ ਆਉਂਦਾ ਕਿ ਕਿਤੇ ਨਾ ਕਿਤੇ ਜਦੋਂ ਕਿਸੇ ਵੀ ਸਿਆਸੀ ਲੀਡਰ ਨੂੰ, ਚਾਹੇ ਉਹ ਕੋਈ ਵੀ ਪਾਰਟੀ ਦਾ ਹੋਵੇ, ਆਪਣੀ ਸਿਆਸੀ ਜ਼ਮੀਨ ਜਦੋਂ ਖਿਸਕਦੀ ਦਿਖਦੀ ਹੈ ਤੇ ਉਦੋਂ ਫਿਰ ਹਰ ਕੋਈ ਹੱਥਕੰਡੇ ਅਪਣਾਉਂਦਾ ਹੈ। ਰਾਜਨੀਤੀ ਦੇ ਵਿੱਚ ਕੋਈ ਕਿਸੇ ਦਾ ਸਗਾ ਨਹੀਂ ਹੁੰਦਾ, ਨਾ ਕੋਈ ਪਰਮਾਨੈਂਟ ਦੁਸ਼ਮਣ ਹੁੰਦਾ, ਨਾ ਕੋਈ ਪਰਮਾਨੈਂਟ ਦੋਸਤ ਹੁੰਦਾ।
ਇੱਥੋਂ ਸਾਨੂੰ ਸਮਝ ਆਉਂਦਾ ਕਿ ਅਰਵਿੰਦ ਕੇਜਰੀਵਾਲ ਜਿਹੜੀ ਬਦਲਾਅ ਦੀਆਂ ਗੱਲਾਂ ਕਰਦੇ ਸੀ, ਪਰ ਅੱਜ ਉਹਨਾਂ ਹੀ ਪਰਚਨਾਂ ਦੇ ਉੱਤੇ ਚੱਲਦੇ ਹੋਏ, ਸਿਆਸੀ ਲੀਡਰਾਂ ਦੇ ਪਰਚਨਾਂ ਦੇ ਚੱਲਦੇ ਹੋਏ ਫਿਰ ਉਹੀ ਲੋਕਾਂ ਕੋਲੋਂ ਜਾ ਰਿਹਾ ਜਿਨ੍ਹਾਂ ਨੂੰ ਇੱਕ ਸਮੇਂ ਦੇ ਉੱਤੇ ਕਰਪਟ ਦੱਸਦੇ ਸੀ। ਔਰ ਇਹ ਕਿੱਥੋਂ ਸਮਝ ਆਊਗਾ ਜੇ ਕਾਂਗਰਸ ਨੇ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਬੜੀ ਮੈਚੁਰਿਟੀ ਦੇ ਨਾਲ ਇਹ ਗੱਲ ਕੀਤੀ ਕਿ ਜਿਹੜੇ ਸਟੇਟਸ ਦੇ ਇਸ਼ੂਜ਼ ਆ ਜਾਂ ਕੋਈ ਇਦਾਂ ਦੇ ਨਿੱਜੀ ਇਸ਼ੂਜ਼ ਆ ਜਾਂ ਪਾਵਰ ਲੈਣ ਜਾਂ ਖੋਹਣ ਦੇ ਇਸ਼ੂਜ਼ ਆ, ਉਹਨਾਂ ਨੂੰ ਹਾਲ ਦੀ ਘੜੀ ਪਿੱਛੇ ਰੱਖ ਕੇ ਦੇਸ਼ ਦੇ ਇਸ਼ੂਜ਼ ਨੂੰ ਅੱਗੇ ਲਿਆਂਦਾ ਜਾਵੇ। ਇਹ ਦੇਖਿਆ ਜਾਵੇ ਕਿ ਦੇਸ਼ ਦੇ ਵਿੱਚ ਕੋਈ ਸਟਰੋਂਗ ਆਪੋਜੀਸ਼ਨ ਨਹੀਂ ਹੋਊਗੀ ਜਾਂ ਉਹ ਜਿੱਤ ਦੀ ਕਗਾਰ ਤੇ ਨਹੀਂ ਹੋਣਗੇ ਤੇ ਫਿਰ ਇਹਦੇ ਵਿੱਚ ਦੇਸ਼ ਦਾ ਹੀ ਘਾਟਾ ਹੁੰਦਾ। ਕਿਸੇ ਵੀ ਦੇਸ਼ ਦੀ ਡੈਮੋਕ੍ਰੇਸੀ ਦੇ ਵਿੱਚ, ਲੋਕਤੰਤਰ ਦੇ ਵਿੱਚ ਜਿੱਥੇ ਸਰਕਾਰ ਬਣਦੀ ਆ ਉੱਥੇ ਸਟਰੋਂਗ ਆਪੋਜੀਸ਼ਨ ਹੋਣ ਦਾ ਬਹੁਤ ਲਾਜ਼ਮੀ ਹੁੰਦਾ, ਤਾਂ ਕਿ ਉਹੀ ਲੋਕ ਜੇ ਸਰਕਾਰ ਕੋਈ ਅੱਛਾ ਕੰਮ ਨਾ ਕਰੇ ਤੇ ਸਰਕਾਰ ਨੂੰ ਉਹ ਕਿੰਤੂ ਪਰੰਤੂ ਕਰਕੇ ਲੋਕਾਂ ਦੀ ਆਵਾਜ਼ ਉਹਨਾਂ ਤੱਕ ਪਹੁੰਚਾ ਸਕਣ ਔਰ ਚੰਗੇ ਕੰਮਾਂ ਲਈ ਉਹਨਾਂ ਨੂੰ ਪ੍ਰੇਰਿਤ ਕਰ ਸਕਣ, ਮੋਟੀਵੇਟ ਵੀ ਕਰ ਸਕਣ ਔਰ ਉਸ ਵੱਲ ਬਹੁਤ ਉਹਨਾਂ ਦਾ ਧਿਆਨ ਖਿੱਚਣ। ਪਰ ਜੇ ਇਹ ਸਿਆਸੀ ਧਿਰਾਂ ਜਿਹੜੀਆਂ ਵਿਰੋਧੀ ਸਿਆਸਤ ਧਿਰਾਂ ਇਸ ਵੇਲੇ ਜੇ ਕਹੀਏ ਸੈਂਟਰ ਸਰਕਾਰ ਦੀਆਂ ਹੈਗੀਆਂ, ਉਹਨਾਂ ਦੇ ਵਿੱਚ ਪਿਛਲੇ ਇੱਕ ਹਿਸਟਰੀ ਵੀ ਕਹਿੰਦੀ ਆ ਕਿ ਉਹਨਾਂ ਦੇ ਵਿੱਚ ਕਦੀ ਵੀ ਕਿਸੇ ਇੱਕ ਗੱਲ ਦੇ ਉੱਤੇ ਸਹਿਮਤੀ ਨਹੀਂ ਬਣੀ, ਇਕਜੁੱਟਤਾ ਨਹੀਂ ਬਣੀ। ਜੇ ਅੱਜ ਫਰਸੇ 30 ਲੀਡਰ ਇਕੱਠੇ ਹੋ ਜਾਂਦੇ ਆ ਨੇਸ਼ਨ ਦੇ, ਸਾਡੇ ਭਾਰਤ ਦੇਸ਼ ਦੇ, ਇਹ ਕੀ ਸੰਭਵ ਹੈ ਕਿ ਉਹ 2024 ਤੱਕ ਇਕੱਠੇ ਰਹਿ ਪਾਉਣਗੇ ਜਾਂ ਨਹੀਂ ਰਹਿ ਪਾਉਣਗੇ। ਕੁਝ ਇਹਨਾਂ ਦੇ ਵਿੱਚ ਕਰਪਟ ਮੈਂ ਕਹਾਂਗਾ ਲੀਡਰਸ ਵੀ ਸ਼ਾਮਲ ਹੈਗੇ ਆ ਜਿਹੜੇ ਸਮੇਂ-ਸਮੇਂ ਸਿਰ ਕਦੀ ਕੋਈ ਪਾਲਾ ਫੜ ਲੈਂਦੇ ਆ, ਕੋਈ ਪਾਸਾ ਬਦਲ ਲੈਂਦੇ ਆ, ਚੋਣਾਂ ਦੀ ਹਵਾ ਵੇਖ ਕੇ ਪਾਰਟੀਆਂ ਬਦਲ ਲੈਂਦੇ ਆ। ਸੋ ਇਸ ਕਰਕੇ ਇਹ ਵੀ ਕਿਤੇ ਅਜੇ ਕਹਿਣਾ ਬੜਾ ਅਰਲੀ ਸਟੇਜ ਹੋਊਗੀ ਕਿ ਇਹ ਇਕੱਠੇ ਵੀ ਹੋ ਸਕਣਗੇ ਜਾਂ ਨਹੀਂ ਹੋ ਸਕਣਗੇ। ਸੋ ਇਸ ਕਰਕੇ ਜਿਹੜੀ ਗੱਲ ਕਾਂਗਰਸ ਦੇ ਪ੍ਰਧਾਨ ਨੇ ਕਹੀ ਕਿ ਅਜੇ ਆਪਣੀ ਜਿਹੜੀਆਂ ਨਿੱਜੀ ਗੱਲਾਂ ਹੈਗੀਆਂ ਤਾਕਤ ਲੈਣ ਦੀਆਂ, ਤਾਕਤ ਖੋਹਣ ਦੀਆਂ, ਇਹਨਾਂ ਨੂੰ ਛੱਡ ਕੇ ਦੇਸ਼ ਦੀ ਚਿੰਤਾ ਕਰਨੀ ਚਾਹੀਦੀ ਆ। ਇਹ ਚਿੰਤਾ ਕਰਨੀ ਚਾਹੀਦੀ ਹੈ ਕਿ ਵਿਰੋਧੀ ਧਿਰ ਕਿਸ ਤਰ੍ਹਾਂ ਦੁਬਾਰਾ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਦਾ ਕੌਨਫੀਡੈਂਸ ਹਾਸਲ ਕਰਕੇ ਸਰਕਾਰ ਦੇ ਵਿੱਚ ਆ ਸਕੇ ਤਾਂ ਜੋ ਦੇਸ਼ ਦਾ ਭਵਿੱਖ ਜਿਹੜਾ ਹੋਰ ਸੁਖਾਲਾ ਹੋ ਸਕੇ। ਪਰ ਇੱਥੇ ਸਿੱਧੀ ਗੱਲ ਇਹ ਸਮਝ ਆਉਂਦੀ ਆ ਕਿ ਰਾਜਨੀਤਿਕ ਲੀਡਰ ਜਦੋਂ ਪਹਿਲਾਂ ਬਦਲਾਅ ਦੀਆਂ ਗੱਲਾਂ ਕਰਦੇ ਆ, ਚੰਗੀਆਂ ਗੱਲਾਂ ਕਰਦੇ ਆ, ਕਿਸੇ ਪਾਰਟੀ ਦਾ ਸਹਿਯੋਗ ਨਾ ਲੈਣ ਦੀਆਂ ਗੱਲਾਂ ਕਰਦੇ ਆ, ਪਰ ਜਦੋਂ ਉਹਨਾਂ ਦੇ ਸਿਰ ਦੇ ਉੱਤੇ ਗੱਲ ਆ ਪੈਂਦੀ ਆ ਤੇ ਫਿਰ ਉਹ ਕਿਸੇ ਵੀ ਪਾਰਟੀ ਵੱਲ ਜਾਣੋ ਗੁਰੇਜ਼ ਨਹੀਂ ਕਰਦੇ, ਕਿਸੇ ਵੀ ਕਰਪਟ ਲੀਡਰ ਵੱਲ ਜਾਣੋ ਗੁਰੇਜ਼ ਨਹੀਂ ਕਰਦੇ, ਕਿਸੇ ਵੀ ਅਜਿਹੇ ਲੀਡਰ ਵੱਲ ਜਾਣੋ ਗੁਰੇਜ਼ ਨਹੀਂ ਕਰਦੇ ਜਿਨ੍ਹਾਂ ਨੂੰ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਦੇਸ਼ ਨਿਕਾਲਾ ਤੱਕ ਦੇਣ ਦੀਆਂ ਗੱਲਾਂ ਕੀਤੀਆਂ। ਜੀ ਪਵਨ ਜੀ, ਇੱਥੇ ਗੱਲ ਆਉਂਦੀ ਹੈ ਕੇਜਰੀਵਾਲ ਸਾਹਿਬ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਇਸ ਮੀਟਿੰਗ ਦੇ ਵਿੱਚ ਕੀ ਬਣਦਾ ਹੈ। ਅਗਲੀ ਮੀਟਿੰਗ ਸ਼ਿਮਲਾ ਦੇ ਵਿੱਚ ਹੋਣੀ ਹੈ, ਉਹ ਵੀ ਤਾਰੀਖ ਤੈਅ ਹੈ ਔਰ ਉਸ ਦੇ ਵਿੱਚ ਕੀ ਬਣਦਾ ਇਹ ਤਾਂ ਹੁਣ ਸਮਾਂ ਦੱਸੇਗਾ ਕਿ ਇਹਨਾਂ ਦੀ ਸਹਿਮਤੀ ਬਣਦੀ ਹੈ ਕਿ ਨਹੀਂ ਵਿਰੋਧੀ ਧਿਰਾਂ ਦੀ, ਤੇ ਮਿਲ ਕੇ ਕਿਸ ਬੰਦੇ ਨੂੰ ਪ੍ਰੋਜੈਕਟ ਕਰਨਗੇ ਕਿ ਇਹ ਬਣੇਗਾ ਪ੍ਰਧਾਨ ਮੰਤਰੀ ਔਰ ਬਾਕੀ ਸਾਰੇ ਉਹਨਾਂ ਨੂੰ ਸਪੋਰਟ ਕਰਨਗੇ। ਕਿਉਂਕਿ ਉਹਨਾਂ ਨੇ ਇਹ ਗੱਲ ਦੇਖ ਲਈ ਹੈ ਕਿ ਬੀਜੇਪੀ ਨੂੰ 30% ਪਲੱਸ ਵੋਟਸ ਮਿਲਦੀਆਂ ਨੇ, ਉਹ ਸੱਤਾ 'ਚ ਆ ਜਾਂਦੀ ਹੈ ਔਰ ਵਿਰੋਧੀ ਧਿਰਾਂ ਨੂੰ 60% ਪਲੱਸ ਵੋਟਾਂ ਮਿਲਦੀਆਂ ਨੇ ਔਰ ਉਹ ਸੱਤਾ ਤੋਂ ਬਾਹਰ ਹੈ। ਜੇ ਇਕੱਠੀਆਂ ਹੋ ਜਾਣ ਤੇ ਫਿਰ ਨਿਸ਼ਚਿਤ ਰੂਪ ਦੇ ਵਿੱਚ ਬੀਜੇਪੀ ਹਾਰ ਜਾਏਗੀ। ਪਰ ਇਹ ਇਕੱਠੀਆਂ ਹੁੰਦੀਆਂ ਨੇ, ਏਕਾ ਬਣਦਾ ਹੈ, ਇੱਕ ਪ੍ਰਧਾਨ ਮੰਤਰੀ ਚੁਣਦੇ ਨੇ, ਆਪਸ ਦੇ ਵਿੱਚ ਮਿਲ ਕੇ ਇਹ ਵਿਚਾਰ ਕਰਨ ਵਾਲੀ ਗੱਲ ਹੋਏਗੀ। ਆਪਾਂ ਕੇਜਰੀਵਾਲ ਜੀ ਦੇ ਉੱਤੇ ਗੱਲ ਕਰੀਏ, ਇੱਕ ਛੋਟੀ ਜਿਹੀ ਬਰੀਫ ਡਿਸਕਸ਼ਨ ਕਿ ਇਹ ਆਪਣਾ ਇੱਕ ਮੁੱਦਾ ਲੈ ਕੇ ਆਉਂਦੇ ਨੇ ਉੱਥੇ ਔਰ ਉਸ ਮੁੱਦੇ ਦੇ ਨਾਲ ਲੈ ਕੇ ਉੱਥੇ ਕਾਫੀ ਖਲਬਲੀ ਹੁੰਦੀ ਹੈ। ਫਿਰ ਬਾਅਦ ਵਿੱਚ ਸੁਲ੍ਹਾ ਸਫਾਈ ਹੋ ਕੇ ਗੱਲ ਅੱਗੇ ਤੁਰਦੀ ਹੈ ਕਿ ਦੇਖੋ ਅੱਗੇ ਕੀ ਬਣਦਾ। ਪਰ ਆਪਾਂ ਕੇਜਰੀਵਾਲ ਸਾਹਿਬ ਦੀ ਗੱਲ ਇਹ ਕਰਾਂਗੇ ਕਿ ਇਹ ਅਕਸਰ ਕਹਿੰਦੇ ਨੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਬਾਰੇ ਕਿ ਉਹ ਪੜ੍ਹੇ ਲਿਖੇ ਨਹੀਂ ਹੈਗੇ, ਉਹਨਾਂ ਦੀ ਡਿਗਰੀ ਬਾਰੇ ਵੀ ਗੱਲਬਾਤ ਕਰਦੇ ਨੇ ਔਰ ਇਹ ਵੀ ਗੱਲ ਕਰਦੇ ਨੇ ਕਿ ਮੈਂ ਪੜ੍ਹਿਆ ਲਿਖਾਂ ਔਰ ਇਹ ਵੀ ਗੱਲ ਕਰਦੇ ਨੇ ਕਿ ਪੜ੍ਹੇ ਲਿਖਿਆਂ ਨੂੰ ਹੀ ਰਾਜਨੀਤੀ ਦੇ ਵਿੱਚ ਕੰਮ ਕਰਨਾ ਚਾਹੀਦਾ ਹੈ, ਵੱਡੇ ਅਹੁਦਿਆਂ 'ਤੇ ਆਉਣਾ ਚਾਹੀਦਾ ਹੈ। ਹੁਣ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਜਾਵੇ ਕਿ ਉਹਨਾਂ ਦੀ ਆਪਣੀ ਪਾਰਟੀ ਆਮ ਆਦਮੀ ਪਾਰਟੀ ਪੰਜਾਬ ਤੋਂ ਕੁੰਵਰ ਵਿਜੇ ਪ੍ਰਤਾਪ ਸਿੰਘ, ਜਿਨ੍ਹਾਂ ਨੂੰ ਉਹ ਕਈ ਵਾਰ ਕਹਿੰਦੇ ਸੀ ਮੇਰਾ ਆਫਿਸਰ ਭਾਈ, ਉਹ ਅੱਜ ਬਾਹਰ ਨੇ ਮਿਨਿਸਟਰੀ ਤੋਂ, ਉਹਨਾਂ ਕੋਲ ਕੋਈ ਮਿਨਿਸਟਰੀ ਨਹੀਂ ਹੈ। ਉਹਨਾਂ ਦੇ ਐਕਸਪੀਰੀਅੰਸ ਦਾ, ਉਹਨਾਂ ਦੇ ਪੜ੍ਹਾਈ ਲਿਖਾਈ ਦਾ, ਉਹਨਾਂ ਦੇ ਤਜਰਬੇ ਦਾ, ਉਹਨਾਂ ਦੇ ਗਿਆਨ ਦਾ, ਉਹਨਾਂ ਦੀ ਕਾਬਲੀਅਤ ਦਾ ਸਟੇਟ ਦੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਦਿੱਤਾ ਜਾ ਰਿਹਾ। ਕੇਜਰੀਵਾਲ ਸਾਹਿਬ ਨੇ ਉਹਨਾਂ ਨੂੰ ਕਿਉਂ ਬਾਹਰ ਰੱਖਿਆ ਹੋਇਆ? ਉਹਨਾਂ ਨੂੰ ਕਿਉਂ ਨਹੀਂ ਆਪਣੀ ਮੰਤਰੀ ਮੰਡਲ ਦੇ ਵਿੱਚ ਲੈ ਕੇ ਆਉਂਦੇ? ਪੰਜਾਬ ਦੇ ਮੰਤਰੀ ਮੰਡਲ ਦਾ ਹਿੱਸਾ ਕਿਉਂ ਨਹੀਂ ਹੈਗੇ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ? ਪਵਨ ਜੀ ਦੇਖੋ ਸੰਜੀਵ ਜੀ, ਰਾਜਨੀਤੀ ਦੇ ਵਿੱਚ ਬਿੱਲੀ ਚੂਹੇ ਦੀ ਖੇਡ ਜਿਹੜੀ ਹੈ ਨਾ ਉਹ ਬੜੇ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ। ਜਿਹੜੇ ਰਾਜਨੀਤਿਕ ਲੋਕ ਜਦੋਂ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਆਪਣੇ ਅੰਦਰ ਇਨਫੀਰੀਅਰਿਟੀ ਕੰਪਲੈਕਸ ਪੈਦਾ ਹੋ ਜਾਣ
ਕਿਤੇ ਨਾ ਕਿਤੇ ਇਨਸਿਕਿਉਰ ਹੋ ਜਾਣ। ਫਿਰ ਉਹਨਾਂ ਨੂੰ ਇਹ ਸਮਝ ਆਉਂਦਾ ਕਿ ਜਿਹੜਾ ਕੰਪੀਟੈਂਟ ਵਿਅਕਤੀ ਹੁੰਦਾ, ਜਿਹੜਾ ਟੈਲੈਂਟਡ ਵਿਅਕਤੀ ਹੁੰਦਾ, ਹਾਈਲੀ ਐਜੂਕੇਟਡ ਵਿਅਕਤੀ ਹੁੰਦਾ, ਜਿਨੇ ਦੇਸ਼ੋ ਦੁਨੀਆ ਦੇ ਵਿੱਚ ਆਲਰੇਡੀ ਆਪਣਾ ਨਾਮ ਬਣਾਇਆ ਹੁੰਦਾ, ਫਿਰ ਉਹਨੂੰ ਰੇਸ ਦੇ ਵਿੱਚ ਪਿੱਛੇ ਧਕੇਲਣ ਦੇ ਵਿੱਚ ਇਹ ਸਰਕਾਰਾਂ, ਇਹ ਲੀਡਰ ਜਿਹੜੇ ਲੱਗ ਜਾਂਦੇ ਆ। ਤੁਸੀਂ ਕਈ ਵਾਰੀ ਦੇਖਿਆ ਹੋਊਗਾ ਕਿ ਪਿਛਲੀ ਗਵਰਨਮੈਂਟਸ ਦੇ ਵਿੱਚ ਵੀ ਵੱਖ-ਵੱਖ ਸਮੇਂ ਦੇ ਉੱਤੇ ਜੇ ਭਗਵੰਤ ਸਿੰਘ ਮਾਨ ਪ੍ਰਧਾਨ ਹੁੰਦੇ ਸੀ ਪਾਰਟੀ ਦੇ, ਤੇ ਪਿਛਲੇ ਜਦੋਂ ਸਰਕਾਰ ਨਹੀਂ ਵੀ ਬਣੀ ਸੀ, ਤੇ ਜਿਹੜੇ ਬੜੇ ਕਦਾਵਰ ਨੇਤਾ ਸੀ ਪੰਜਾਬ ਦੇ, ਧਰਮਵੀਰ ਗਾਂਧੀ ਵਰਗੇ, ਸੁੱਚਾ ਸਿੰਘ ਛੋਟੇਪੁਰ ਵਰਗੇ, ਗੁਰਪ੍ਰੀਤ ਘੁੱਗੀ ਵਰਗੇ, ਹੋਰ ਵੀ ਤੁਸੀਂ ਕਿੰਨੇ ਹੀ ਲਾ ਲਓ, ਜੇ ਵਿਰੋਧੀ ਧਿਰ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਵੀ ਰਹੇ, ਤੇ ਤੁਸੀਂ ਇਹ ਨੋਟ ਕਰੋ ਕਿ ਉਹ ਇਹੋ ਹੀ ਕਹਿੰਦੇ ਰਹੇ ਕਿ ਭਗਵੰਤ ਸਿੰਘ ਮਾਨ ਨੇ ਹੀ ਸਾਡੀਆਂ ਜੜ੍ਹਾਂ ਵੱਢੀਆਂ। ਉਹ ਉਹਨਾਂ ਦੇ ਕਹਿਣ ਦੇ ਮੁਤਾਬਕ ਉਹ ਕਹਿੰਦੇ ਕਿ ਸਾਨੂੰ ਅੱਗੇ ਨਾ ਵਧਣ ਦੇ ਵਿੱਚ ਭਗਵੰਤ ਸਿੰਘ ਮਾਨ ਦਾ ਰੋਲ ਸੀ। ਉਹ ਕਹਿੰਦੇ ਜੇ ਭਗਵੰਤ ਸਿੰਘ ਮਾਨ ਨਾ ਹੁੰਦਾ ਤੇ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਦੇ ਵਿੱਚ ਹੁੰਦਾ, ਨਵਜੋਤ ਸਿੰਘ ਸਿੱਧੂ ਅੱਜ ਮੁੱਖ ਮੰਤਰੀ ਹੁੰਦਾ। ਪਰ ਉਹਨੂੰ ਇਹ ਡਰ ਸੀ ਕਿ ਕਿਤੇ ਇਹ ਪਾਰਟੀ ਦੇ ਵਿੱਚ ਆ ਜਾਊਗਾ ਤੇ ਸਾਡਾ ਪੱਤਾ ਜਿਹੜਾ ਉਹ ਕੱਟਿਆ ਜਾਊਗਾ, ਮੈਂ ਮੁੱਖ ਮੰਤਰੀ ਪੰਜਾਬ ਕਦੀ ਵੀ ਨਹੀਂ ਬਣ ਸਕਾਂਗਾ। ਇਸੇ ਤਰੀਕੇ ਦੇ ਨਾਲ ਜਿਵੇਂ ਡਾਕਟਰ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੀ ਗੱਲ ਆ, ਉਹ ਇੱਕ ਵੱਡੇ IPS ਆਫੀਸਰ ਰਹੇ, ਦੇਸ਼ ਦੀਆਂ ਸਟੇਟ ਦੀਆਂ ਸਭ ਤੋਂ ਇੰਪੋਰਟੈਂਟ ਕੇਸਿਸ ਉਹਨਾਂ ਨੇ ਮਸਲੇ ਸੁਲਝਾਏ। ਉਹਨਾਂ ਨੂੰ ਹਾਈ ਕੋਰਟ ਦਾ ਫੇਵਰਟ ਇੱਕ ਅਫਸਰ ਦੱਸਿਆ ਜਾਂਦਾ ਸੀ, ਜਿਹਦੇ ਵਿੱਚ ਹਾਈ ਕੋਰਟ ਨੇ ਕੋਈ ਵੀ ਇਨਕੁਆਇਰੀ ਕਰਾਉਣੀ ਹੁੰਦੀ ਸੀ ਤੇ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਦਿੰਦੇ ਸੀ। ਬਹਿਬਲ ਕਲਾਂ ਫਾਇਰਿੰਗ ਮਾਮਲੇ ਦੇ ਵਿੱਚ ਉਹਨਾਂ ਨੇ ਜਾਂਚ ਕੀਤੀ, ਬੇਅਦਬੀਆਂ ਦੇ ਉੱਤੇ ਉਹਨਾਂ ਨੇ ਇਨਸਾਫ ਦੇ ਉੱਤੇ ਆਪਣੀ ਆਵਾਜ਼ ਬੁਲੰਦ ਕੀਤੀ। ਹੋਰ ਵੀ ਬਹੁਤ ਸਾਰੇ ਇਦਾਂ ਦੇ ਪ੍ਰੋਮੀਨੈਂਟ ਸਟੇਟ ਦੇ ਲਈ ਕੰਮ ਕੀਤੇ, ਹਾਈਲੀ ਐਜੂਕੇਟਡ, PhDs ਕੀਤੀਆਂ, MBA ਕੀਤੀ, ਫਿਰ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਇਦਾਂ ਦੀਆਂ ਕੀਤੀਆਂ ਜਿਹੜੀਆਂ ਸਮਾਜ ਵਾਸਤੇ ਵੀ ਚੰਗੀਆਂ ਨੇ, ਜਿਹੜੀਆਂ ਦੇਸ਼ੋ ਦੁਨੀਆ ਵਾਸਤੇ ਵੀ ਚੰਗੀਆਂ ਨੇ। ਅੱਜ ਬੱਚਿਆਂ ਦੀ ਪੜ੍ਹਾਈ ਵਾਸਤੇ ਵੀ ਬਹੁਤ ਸਾਰੇ ਕੰਮ ਕੀਤੇ, ਗਰੀਬ ਲੋਕਾਂ ਵਾਸਤੇ ਵੀ ਬਹੁਤ ਸਾਰੇ ਕੰਮ ਕੀਤੇ, ਕੋਵਿਡ ਦੇ ਵਿੱਚ ਵੀ ਲੋਕਾਂ ਨੂੰ ਰਾਸ਼ਨ ਅਨਾਜ ਵੰਡਿਆ। ਪਰ ਜਦੋਂ ਸਰਕਾਰ ਬਣ ਜਾਂਦੀ ਆ, ਉਹਨਾਂ ਦੇ ਨਾਮ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਵੋਟਾਂ ਲਈਆਂ ਜਾਂਦੀਆਂ, ਬੇਅਦਬੀ ਮਾਮਲਿਆਂ ਦੇ ਵਿੱਚ, ਬਹਿਬਲ ਕਲਾਂ ਫਾਇਰਿੰਗ ਮਾਮਲੇ ਦੇ ਵਿੱਚ ਉਹਨਾਂ ਦੇ ਨਾਮ ਦੇ ਉੱਤੇ ਉਹਨਾਂ ਨੂੰ ਪ੍ਰਚਾਰਿਆ ਜਾਂਦਾ ਕਿ ਸਾਡੇ ਕੋਲ ਸਭ ਤੋਂ ਇਮਾਨਦਾਰ ਵਿਅਕਤੀ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ, ਬੇਅਦਬੀ ਦੀ ਜਾਂਚ ਕਰਨਗੇ, ਇਹਨਾਂ ਨੇ ਕੀਤੀ ਆ ਤੇ ਉਸੇ ਜਾਂਚ ਰਿਪੋਰਟ ਦੇ ਉੱਤੇ ਸਾਰੀ ਕਾਰਵਾਈ ਹੋਊਗੀ, ਦੋਸ਼ੀਆਂ ਨੂੰ ਅੰਦਰ ਭੇਜਿਆ ਜਾਊਗਾ। ਪਰ ਜਦੋਂ ਇਹ ਸਰਕਾਰ ਬਦਲਦੀ ਆ, ਇਹਨਾਂ ਸਾਰੀਆਂ ਗੱਲਾਂ ਤੋਂ ਪੋਲੀਟੀਕਲ ਲੀਡਰ ਜਿਹੜੇ ਮੁਨਕਰ ਹੋ ਗਏ, ਔਰ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਇਦਾਂ ਦੀ ਇਨਸਿਕਿਉਰਿਟੀ ਆ ਗਈ ਕਿ ਜੇ ਇਹ ਵਿਅਕਤੀ ਕੈਬਨਿਟ ਦੇ ਵਿੱਚ ਆਉਂਦਾ ਜਾਂ ਇਹ ਵਿਅਕਤੀ ਕਿਸੇ ਅੱਛੇ ਅਹੁਦੇ ਦੇ ਉੱਤੇ ਹੁੰਦਾ ਜਾਂ ਗ੍ਰਹਿ ਮੰਤਰੀ, ਜਿਵੇਂ ਕਿ ਪੰਜਾਬ ਦੇ ਲੋਕਾਂ ਦੀ ਮੰਗ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਗ੍ਰਹਿ ਮੰਤਰੀ ਹੋਣਗੇ, ਜੇ ਉਹਨਾਂ ਦੀ ਇਹ ਮੰਗ ਪੂਰੀ ਕਰ ਦਿੱਤੀ ਜਾਂਦੀ ਤੇ ਫਿਰ ਅੱਜ ਪੰਜਾਬ ਦੇ ਉਦਾਂ ਦੇ ਹਾਲਾਤ ਵੀ ਨਹੀਂ ਹੋਣੇ ਸੀ, ਲਾਅ ਐਂਡ ਆਰਡਰ ਵੀ ਬੜਾ ਸਟ੍ਰਿਕਟ ਹੋਣਾ ਸੀ। ਫਿਰ ਜਿਹੜੇ ਢਿੱਲੇ ਮੱਠੇ ਮੰਤਰੀ ਬਣੇ ਆ, ਢਿੱਲੇ ਮੱਠੇ ਜਿਹੜੇ ਲੀਡਰਸ ਹੈਗੇ ਆ, ਉਹਨਾਂ ਵਾਸਤੇ ਵੀ ਰਾਹ ਸੁਖਾਲੇ ਨਹੀਂ ਸੀ ਹੋਣੇ। ਅੱਜ ਕੀ ਬਣ ਗਿਆ, ਤੁਸੀਂ ਪੜ੍ਹੇ ਲਿਖਿਆਂ ਦੀ ਗੱਲ ਕੀਤੀ, ਇੱਕ ਅਜਿਹਾ ਸਿਹਤ ਮੰਤਰੀ ਬਣਾਇਆ ਜਾਂਦਾ ਜਿਹੜਾ ਵਾਈਸ ਚਾਂਸਲਰ ਦੇ ਨਾਲ ਜਾ ਕੇ ਗੱਦਿਆਂ ਦੇ ਉੱਪਰੋਂ ਲੜ ਪੈਂਦਾ, ਜਿਹਨੂੰ ਫਿਰ ਵਾਈਸ ਚਾਂਸਲਰ ਨਾਰਾਜ਼ਗੀ ਦੇ ਵਿੱਚ, ਐਡਾ ਵੱਡਾ ਦੇਸ਼ ਦਾ ਸਾਡਾ ਡਾਕਟਰ ਸੀ, ਉਹਨੂੰ ਜਾ ਕੇ ਰਿਜ਼ਾਈਨ ਕਰਨਾ ਪਿਆ। ਫੌਜਾ ਸਿੰਘ ਸਰਾਰੀ ਦੇ ਤੁਸੀਂ ਕਰਪਸ਼ਨ ਦੀਆਂ ਜਿਹੜੀਆਂ ਟੈਲੀਫੋਨਿਕ ਆਡੀਓਜ਼ ਨੇ ਉਹ ਤੁਸੀਂ ਸੁਣ ਲਈਆਂ, ਕਟਾਰੂ ਚੱਕ ਦੇ ਮਾਮਲੇ ਦੇ ਵਿੱਚ ਕੀ ਹੋ ਰਿਹਾ ਉਹ ਤੁਸੀਂ ਸੁਣ ਲਿਆ, ਕਈਆਂ ਦੇ ਮਾਮਲਿਆਂ ਦੇ ਵਿੱਚ ਜਿਨ੍ਹਾਂ ਨੇ ਲੋਕਾਂ ਦੀਆਂ ਕੋਠੀਆਂ ਦੇ ਕਬਜ਼ੇ ਕੀਤੇ ਸੀ ਉਹਨਾਂ ਦੇ ਮਾਮਲੇ ਤੁਸੀਂ ਸਮਝ ਲਿਆ। ਮੋਗਾ ਦੇ MLA ਦੇ ਉੱਤੇ ਵੀ ਬੜੇ ਵੱਡੇ ਲਾਂਛਨੇ ਲੱਗੇ, ਆਰੋਪ ਲੱਗੇ ਕਿ ਉਹਨਾਂ ਨੇ ਸਰਕਾਰੀ ਸਿਵਲ ਹਸਪੀਟਲ ਦੇ AC ਜਿਹੜੇ ਆਪਣੇ ਘਰ ਲਾਏ ਆ, ਫ੍ਰਿਜ ਆਪਣੇ ਘਰ ਲਾਏ ਆ, ਉਹਨਾਂ ਦੇ AC ਔਰ ਫ੍ਰਿਜਸ ਦੇ ਜਿਹੜੇ ਬਿੱਲ ਆ ਉਹ ਸਾਹਮਣੇ ਆ ਗਏ ਆ। ਅੰਮ੍ਰਿਤਸਰ ਦੇ ਦੱਖਣੀ ਵਿਧਾਇਕ ਦੇ ਉੱਤੇ ਵੀ ਆਰੋਪ ਲੱਗ ਰਿਹਾ ਕਈ ਤਰ੍ਹਾਂ ਦੇ। ਸੋ ਇਸ ਤਰ੍ਹਾਂ ਇਹ ਸਮਝਣ ਦੇ ਵਿੱਚ ਗੱਲ ਆਉਂਦੀ ਆ ਕਿ ਜੇ ਪੜ੍ਹੇ ਲਿਖੇ ਦੀ ਗੱਲ ਕਿੱਥੋਂ ਆ ਗਈ ਇਹਦੇ ਵਿੱਚ। ਤੁਸੀਂ ਦੇਖੋ, ਜੇ ਇਹਨਾਂ ਨੇ ਏਦਾਂ ਦੇ ਸੱਭਿਆਚਾਰਕ ਮੰਤਰੀ ਬਣਾਏ ਆ ਜਿਨ੍ਹਾਂ ਨੇ 10 ਜਾਂ 12 ਜਮਾਤਾਂ ਪੜ੍ਹੀਆਂ, ਇਹਨਾਂ ਨੂੰ ਕੋਈ ਵੀ ਬੰਦਾ ਏਦਾਂ ਦਾ ਜਿਹੜਾ ਬੋਲ ਸਕਦਾ ਹੋਵੇ ਪੰਜਾਬ ਦੇ ਹੱਕਾਂ ਲਈ, ਜਿਹੜਾ ਸਟਰੋਂਗ ਓਪੀਨੀਅਨ ਰੱਖ ਸਕਦਾ ਹੋਵੇ, ਉਹ ਬੰਦਾ ਨਹੀਂ ਚਾਹੀਦਾ। ਇਹਨਾਂ ਨੂੰ ਡਮੀ ਵਿਅਕਤੀ ਚਾਹੀਦੇ ਹੈਗੇ ਆ। ਇਹ ਕੋਈ ਵੀ ਕਾਰਵਾਈ ਕਰਦੇ ਜਾਣ ਤੇ ਇਹਨਾਂ ਦੀ ਕਾਰਵਾਈ ਤੇ ਕੋਈ ਕਿੰਤੂ ਪਰੰਤੂ ਨਾ ਕਰੇ, ਇਹਨਾਂ ਦੀ ਮਰਜ਼ੀ ਚੱਲੇ, ਇਹ ਜੋ ਕਰਨ ਇਹਨਾਂ ਨੂੰ ਯੈਸ ਬੌਸ ਸਾਈਕੋਫੈਂਸੀ ਵਾਲੇ ਲੋਕਾਂ ਨੂੰ, ਜਿਵੇਂ ਕਹਿੰਦੇ ਨਾ ਕਿੰਗ ਲਵਸ ਦੀ ਕੰਪਨੀ ਆਫ ਫੂਲਸ, ਕਿ ਰਾਜੇ ਨੂੰ ਮੂਰਖ ਲੋਕ ਹੀ ਜ਼ਿਆਦਾ ਪਸੰਦ ਹੁੰਦੇ ਆ, ਸਿਆਣੇ ਬੰਦੇ ਤੋਂ ਦੂਰੀ ਬਣਾ ਕੇ ਰੱਖ ਲੈਂਦੇ। ਉਹਨਾਂ ਨੂੰ ਸਮਝ ਆਉਂਦੀ ਆ ਕਿ ਇਹ ਜੇ ਬੰਦਾ ਇੰਟੈਲੀਜੈਂਟ ਆ, ਜੇ ਓਪੀਨੀਅਨਸ ਆਪਣੀਆਂ ਦਿੰਦਾ, ਆਪਣੀ ਰਾਏ ਰੱਖਦਾ, ਸਟਰੋਂਗ ਓਪੀਨੀਅਨਸ ਆ, ਤੇ ਕਿਤੇ ਨਾ ਕਿਤੇ ਇਹ ਸਮਾਜ ਦੇ ਵਿੱਚ, ਦੇਸ਼ ਦੇ ਵਿੱਚ, ਸੂਬੇ ਵਿੱਚ ਆਪਣਾ ਜ਼ਿਆਦਾ ਆਧਾਰ ਬਣਾ ਲਊਗਾ ਔਰ ਅਸੀਂ ਪਿੱਛੇ ਰਹਿ ਜਾਾਂਗੇ। ਸੋ ਇਹ ਗੱਲਾਂ ਕਰਕੇ ਵੀ ਪੋਲੀਟੀਕਲ ਲੀਡਰਸ ਜਿਹੜੇ ਆ ਇੱਕ ਕੰਪਲੈਕਸ ਦੇ ਵਿੱਚ ਆ ਜਾਂਦੇ ਆ, ਇਨਸਿਕਿਉਰਿਟੀ ਦੇ ਵਿੱਚ ਆ ਜਾਂਦੇ ਆ, ਜੈਲਸ ਦੇ ਵਿੱਚ ਵੀ ਆ ਜਾਂਦੇ ਆ। ਫਿਰ ਡਮੀ ਵਿਅਕਤੀ ਆਪਣੇ ਲਾਗੇ ਜਿਹੜੇ ਮੰਤਰੀ ਮੰਡਲ ਦੇ ਵਿੱਚ ਵੀ ਸ਼ਾਮਲ ਕਰ ਲੈਂਦੇ ਆ, ਲੀਡਰਸ ਕੋਲ ਰੱਖ ਲੈਂਦੇ ਆ ਕਿ ਉਹ ਸਿਰਫ ਹਾਂਜੀ ਕਰੇ, ਯੈਸ ਬੌਸ ਕਰੇ, ਇੰਨੇ ਜੀ ਖੁਸ਼ ਹੋ ਜਾਏ ਕਿ ਮੈਨੂੰ ਮੰਤਰੀ ਬਣਾਤਾ, ਮੈਨੂੰ MLA ਬਣਾਤਾ, ਉਹ ਲੋਕਾਂ ਦੇ ਹਿੱਤ ਦੀ ਗੱਲ ਦੀ ਆਵਾਜ਼ ਤੇ ਕਰੇ ਹੀ ਨਾ, ਤੇ ਜੋ ਵੀ ਉਹ ਕਹਿਣ, ਉਹਦੇ ਬੌਸਿਸ ਕਹਿਣ, ਉਸ ਗੱਲ ਦੇ ਉੱਤੇ ਹਾਂ ਤੇ ਹਾਂ ਕਰਨ। ਇਸ ਕਰਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਆਲਰੇਡੀ ਉਹਨਾਂ ਨੇ
एडा वड्डा अहुदा छड्ड के IG पंजाब पुलिस और उन्होंने इस समय दे विच ADGP होना सी 9 ਤੋਂ 10 साल की नौकरी उन्होंने छड्ड दित्ती। जिहड़ा बंदा एडी वड्डी अहुदे नूं लत्त मार के आ सकदा ਉਹਦੇ ਵਾਸਤੇ MLA ਜਾਂ ਮੰਤਰੀ ਇਹੋ ਜਿਹੀਆਂ ਗੱਲਾਂ ਕੋਈ ਬਹੁਤੀਆਂ ਮਾਇਨੇ ਨਹੀਂ ਰੱਖਦੀਆਂ। ਇਹੋ ਹੀ ਗੱਲ ਜਿਹੜੀ ਆ ਪੋਲੀਟੀਕਲ ਲੀਡਰਸ ਨੂੰ ਸਤਾਉਂਦੀ ਹੁੰਦੀ ਆ। ਇਸ ਕਰਕੇ ਹੀ ਉਹ ਨਹੀਂ ਚਾਹੁੰਦੇ ਹੁੰਦੇ ਕਿ ਕੋਈ ਅਜਿਹਾ ਬੰਦਾ ਵੀ ਅੱਗੇ ਆ ਜਾਏ ਜਿਹੜਾ ਉਹਨਾਂ ਦੇ ਮੱਦੇ ਮੁਕਾਬਲ ਖੜਾ ਹੋ ਜਾਏ ਕੱਲ ਨੂੰ, ਜਾਂ ਉਹਨਾਂ ਦੇ ਬਰਾਬਰ ਦਾ ਬੰਦਾ ਹੋਵੇ। ਇਸ ਕਰਕੇ ਇਹਨਾਂ ਗੱਲਾਂ ਕਰਕੇ ਜਿਹੜੇ ਅੱਛੇ ਲੋਕਾਂ ਨੂੰ ਪਿੱਛੇ ਰੱਖਿਆ ਜਾਂਦਾ, ਜੋ ਕਿ ਸਾਡੇ ਦੇਸ਼ ਦਾ, ਸਾਡੇ ਸੂਬੇ ਦਾ ਵੱਡਾ ਦੁਖਾਂਤ ਹੈ। ਜੋ ਇਸ ਵਕਤ ਸ਼੍ਰੀ ਦਰਬਾਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਦਾ ਪ੍ਰਸਾਰਣ ਹੁੰਦਾ ਹੈ, ਉਸ ਨੂੰ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰਕੇ ਇਹ ਮਤਾ ਪਾਸ ਕੀਤਾ ਕਿ ਸਭ ਦੇ ਵਾਸਤੇ, ਸਾਰੇ ਚੈਨਲਸ ਵਾਸਤੇ ਫ੍ਰੀ ਹੋਣਾ ਚਾਹੀਦਾ ਔਰ ਸਭ ਦੇ ਤੱਕ ਇਹ ਗੁਰਬਾਣੀ ਦਾ, ਪਵਿੱਤਰ ਗੁਰਬਾਣੀ ਦਾ ਪ੍ਰਸਾਰਣ ਫ੍ਰੀ ਪਹੁੰਚਣਾ ਚਾਹੀਦਾ ਹੈ। ਉਸ ਦੇ ਉੱਤੇ ਆਬਜੈਕਸ਼ਨਸ ਕਰ ਰਹੀਆਂ ਨੇ। SGPC ਵੱਲੋਂ ਵੀ ਗੱਲਾਂ ਬਾਤਾਂ ਹੋਈਆਂ ਨੇ, ਹੋਰ ਧਿਰਾਂ ਵੱਲੋਂ ਵੀ ਗੱਲਾਂ ਬਾਤਾਂ ਹੋਈਆਂ ਨੇ ਔਰ ਸਾਡੇ ਗਵਰਨਰ ਸਾਹਿਬ ਨਾਲ ਵੀ ਮੁਲਾਕਾਤ ਹੋਈ ਹੈ ਕਿ ਇਹ ਜੋ ਬਿੱਲ ਹੈ ਇਸ ਨੂੰ ਮਨਜ਼ੂਰੀ ਨਾ ਦਿੱਤੀ ਜਾਏ ਔਰ ਹੋਰ ਇਹਦੇ ਉੱਤੇ ਅੱਗੇ ਵੀ ਕਾਰਵਾਈ ਕਰਨ ਦੀ ਗੱਲਬਾਤ ਚੱਲਦੀ ਪਈ ਹੈ। ਇਹਦੇ ਉੱਤੇ ਇੱਕ ਬਰੀਫ ਜਿਹਾ ਆਨਸਰ ਮੈਂ ਤੁਹਾਡੇ ਵੱਲੋਂ ਚਾਹਨਾ। ਪਵਨ ਜੀ। ਸੰਜੀਵ ਜੀ, ਇਹਦੇ ਵੀ ਇੱਕ ਸਿੱਕੇ ਦੇ ਦੋ ਪਹਿਲੂ ਨੇ। ਇਸ ਤਰ੍ਹਾਂ ਕਿ ਜੇ ਤੁਸੀਂ ਕਹਿ ਲਓ ਕਿ PTC ਦੀ ਗੱਲ ਹੈ, PTC ਸਿਮਰਨ ਦੀ ਗੱਲ ਹੈ, ਜਿੱਥੇ ਗੁਰਬਾਣੀ ਦਾ ਪ੍ਰਸਾਰਣ ਹੋ ਰਿਹਾ, ਉਸ ਕੰਪਨੀ ਦੇ ਮਾਲਕ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ। ਤੇ ਜੇ ਦੂਜੇ ਪਾਸੇ ਅਸੀਂ ਦੇਖੀਏ ਕਿ ਇੱਕ ਪੰਜਾਬ ਸਰਕਾਰ ਜਿਨ੍ਹਾਂ ਨੇ ਇਹ ਵੱਖ-ਵੱਖ ਟਵੀਟਸ ਕੀਤੇ, ਬਿਆਨਬਾਜ਼ੀਆਂ ਕੀਤੀਆਂ, ਸੈਸ਼ਨਸ ਦੇ ਵਿੱਚ ਵੀ ਗੱਲਾਂ ਕੀਤੀਆਂ ਕਿ ਅਸੀਂ ਜਿਹੜੀ ਗੁਰਬਾਣੀ ਦਾ ਪ੍ਰਸਾਰਣ ਹੈ ਉਹ ਵੱਖ-ਵੱਖ ਚੈਨਲਸ ਨੂੰ ਦੇਵਾਂਗੇ, ਬਿਨਾਂ ਕਿਸੇ ਟੈਂਡਰ ਤੋਂ ਦੇਵਾਂਗੇ ਤਾਂ ਕਿ ਸਾਰੇ ਚਲਾ ਸਕਣਗੇ। ਔਰ ਉਹਨਾਂ ਨੇ ਬਹੁਤ ਸਾਰੇ ਕਟਾਕਸ਼ ਕੀਤੇ, ਇੱਕ ਦੂਸਰੇ ਦੇ ਉੱਪਰ ਕੀਤੇ। ਜਿੱਥੇ ਮੈਂ ਜਿੱਥੇ ਮੈਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰਾਂ, ਉਹਨਾਂ ਦੀ ਸਿਆਸੀ ਕਿੜ ਕੱਢਣ ਦਾ ਨਜ਼ਰੀਆ ਵੀ ਸਾਹਮਣੇ ਆਉਂਦਾ। ਉਹਦੇ ਵਿੱਚ ਇਹ ਵੀ ਸਾਹਮਣੇ ਆਉਂਦਾ ਕਿ ਜਿੱਥੇ ਗੁਰਦੁਆਰਾ ਐਕਟਸ ਹੈਗੇ ਉਹ ਸੈਂਟਰ ਗਵਰਨਮੈਂਟ ਦੇ ਅਧੀਨ ਹੈਗੇ ਆ, ਬਹੁਤ ਸਾਰੇ ਅਮੈਂਡਮੈਂਟਸ ਬਹੁਤ ਟਫ ਤਰੀਕੇ ਦੇ ਨਾਲ ਕੀਤੀਆਂ ਜਾਂਦੀਆਂ ਔਰ ਉਹ ਇਸ ਵੇਲੇ ਧਾਰਮਿਕ ਮਾਮਲਿਆਂ ਦੇ ਵਿੱਚ SGPC ਦੇ ਵਿੱਚ ਇਹਨਾਂ ਮੈਂ ਕਹਿ ਸਕਦਾ ਕਿ ਜੇ ਦਖਲ ਅੰਦਾਜ਼ੀ ਕਰਦੇ ਆ, ਰਾਜਨੀਤਿਕ ਕੋਸ਼ਿਸ਼ਾਂ ਕਰਦੇ ਆ, ਤੇ ਉਹ ਕਈ ਵਾਰ ਕਈ ਸਰਕਾਰਾਂ ਨੂੰ ਭਾਰੀ ਵੀ ਪੈ ਜਾਂਦੀਆਂ। ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਜਦੋਂ SGPC ਦੇ ਵਿੱਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਸ ਤੋਂ ਬਾਅਦ ਬੜੀ ਬੁਰੀ ਤਰ੍ਹਾਂ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਔਰ 10 ਸਾਲ ਤਕਰੀਬਨ ਅਕਾਲੀ ਦਲ ਦੀ ਸਰਕਾਰ ਜਿਹੜੀ ਉਹ ਰਿਪੀਟ ਹੋਈ ਸੀ। ਉਸ ਤੋਂ ਬਾਅਦ ਭਗਵੰਤ ਸਿੰਘ ਮਾਨ ਇਸ ਵੇਲੇ ਪੂਰੀ ਤਾਕਤ ਦੇ ਵਿੱਚ ਨੇ। ਉਹਨਾਂ ਨੂੰ ਸਮਝ ਆਉਂਦਾ ਕਿ ਉਹ ਕਿਸੇ ਵੀ ਵਿਸ਼ੇ ਨੂੰ ਛੇੜ ਸਕਦੇ ਆ, ਕਿਸੇ ਵੀ ਪਾਸੇ ਤੁਰ ਸਕਦੇ ਆ, ਤੇ ਜੇ ਉਹ ਇਦਾਂ ਦੀ ਗੱਲ ਕਰਦੇ ਆ ਤੇ ਫਿਰ ਲੋਕਾਂ ਦਾ ਮੂਡ ਕਈ ਵਾਰੀ ਚੇਂਜ ਹੁੰਦਾ ਜਾਂ ਨਹੀਂ ਹੁੰਦਾ। ਇਹ ਕਈ ਵਾਰੀ ਸਮੇਂ ਨੂੰ ਭਾਂਪਣਾ ਜਿਹੜਾ ਬੜਾ ਟਫ ਹੋ ਜਾਂਦਾ। ਸੋ ਇਸ ਕਰਕੇ ਇਹ ਬੜੇ ਡਿਫਰੈਂਟ ਸਿਚੁਏਸ਼ਨਸ ਹੈਗੀਆਂ ਕਿ ਜੇ SGPC ਦੀ ਮੰਨੀਏ ਤੇ ਸਮਝ ਆਉਂਦਾ ਕਿ ਇਹ ਜਿਹੜੀ ਪੰਜਾਬ ਸਰਕਾਰ ਹੈ ਉਹਦਾ ਅਧਿਕਾਰ ਦੇ ਖੇਤਰ ਦੇ ਵਿੱਚ ਇਹ ਗੱਲ ਹੈ ਹੀ ਨਹੀਂ। ਪਰ ਹਰਿਆਣੇ ਦੇ ਵਿੱਚ ਤੁਸੀਂ ਦੇਖੋ ਕਿ ਉਹਨਾਂ ਨੇ ਵੱਖ ਇੱਕ ਅਮੈਂਡਮੈਂਟ ਲਿਆ ਕੇ, ਵੱਖ ਇੱਕ ਬਿੱਲ ਲਿਆ ਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਹੀ ਬਣਾ ਦਿੱਤੀ ਹਰਿਆਣਾ ਸਰਕਾਰ ਨੇ। ਉੱਥੇ ਵੀ ਫਿਰ ਇਦਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਤੇ ਵੱਖਰੀ ਬਣਾ ਲਈ, ਉਹ ਸਫਲ ਹੋ ਗਏ। ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਇਹ ਨਹੀਂ ਮੈਂ ਕਹਿੰਦਾ ਕਿ ਨਹੀਂ ਹੋ ਸਕਦਾ, ਪੰਜਾਬ ਦੇ ਵਿੱਚ ਵੀ ਹੋ ਸਕਦਾ ਹੈ, ਪਰ ਇਹਨੂੰ ਭਾਂਪਣਾ, ਜਾਂਚਣਾ ਔਰ ਮਾਪਣਾ ਜਿਹੜਾ ਇਹ ਸਰਕਾਰਾਂ ਨੂੰ ਲੋਕਾਂ ਦੀ ਨਬਜ਼ ਦੇਖ ਲੈਣੀ ਚਾਹੀਦੀ ਆ। ਸਿੱਖ ਧਰਮ ਦੇ ਪ੍ਰਚਾਰਕਾਂ ਦੀ, SGPC ਦੀ, ਇਹਨਾਂ ਚੀਜ਼ਾਂ ਦੀ ਨਬਜ਼ ਟਟੋਲ ਲੈਣੀ ਚਾਹੀਦੀ ਆ ਕਿ ਇਹਨਾਂ ਵਾਸਤੇ ਆਉਣ ਵਾਲੇ ਸਮੇਂ 'ਚ ਲਾਹੇਵੰਦ ਰਹੂਗੀ ਇਹ ਗੱਲ ਕਿ ਨੁਕਸਾਨਦੇਹ ਰਹੂਗੀ। ਔਰ ਦੂਸਰਾ ਪੱਖ ਇਹ ਵੀ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਾਰ-ਬਾਰ ਇਹ ਆਰੋਪ ਲੱਗਦੇ ਆ ਕਿ ਉਹਨਾਂ ਨੇ SGPC ਦੇ ਵਿੱਚ ਗੁਰਬਾਣੀ ਦਾ ਜਿਹੜਾ ਪ੍ਰਸਾਰਣ ਆ ਉਹਦੇ ਉੱਤੇ ਮੋਨੋਪੋਲੀ ਕ੍ਰੀਏਟ ਕੀਤੀ ਆ, ਉਹ ਨਿੱਜੀ ਬੈਨੀਫਿਟਸ ਲੈਂਦੇ ਆ, ਉਹਨਾਂ ਦੇ ਚੈਨਲਸ ਨੂੰ ਬੈਨੀਫਿਟਸ ਆ। ਤੇ ਕਿਉਂ ਉਹਨਾਂ ਦਾ ਸਿਆਸੀ ਜਿਹੜਾ ਕਰੀਅਰ ਹੈਗਾ ਇਹਨਾਂ ਗੱਲਾਂ ਦੇ ਉੱਤੇ ਚੋਟ ਉਹਨਾਂ ਨੂੰ ਲੱਗਦੀ ਆ, ਪਿੱਛੇ ਧਕੇਲੇ ਜਾਂਦੇ ਆ। ਕਿਉਂ ਖੁਦ ਅੱਗੇ ਆ ਕੇ ਕਿਉਂ ਨਹੀਂ ਕਹਿ ਦਿੰਦੇ ਕਿ ਕੋਈ ਮੈਨੂੰ ਇਤਰਾਜ਼ ਨਹੀਂ, ਕੋਈ ਵੀ ਚੈਨਲ ਜਿਹੜਾ ਪ੍ਰਸਾਰਣ ਕਰਨਾ ਚਾਹਵੇ ਤੇ ਕਰ ਲਵੇ। ਸੋ ਇਸ ਕਰਕੇ ਜੇ ਉਹਨਾਂ ਨੂੰ ਸਿਆਸੀ ਮਾਰ ਇਹਦੇ ਉੱਤੋਂ ਪੈ ਰਹੀ ਆ, ਉਹਨਾਂ ਦੇ ਉੱਤੇ ਲਾਂਛਨ ਲੱਗਦੇ ਆ, ਉਹਨਾਂ ਨੂੰ ਲੋਕ ਹੁਣ ਕਈ ਵੱਖਰੀ ਤਰ੍ਹਾਂ ਦੀ ਨਜ਼ਰ ਦੇ ਨਾਲ ਦੇਖਣਾ ਸ਼ੁਰੂ ਕਰਦੇ ਆ ਕਿ ਬਿਜ਼ਨਸਮੈਨ ਵਿਅਕਤੀ ਆ, ਇਹ ਚੈਨਲਸ ਦਾ ਓਨਰ ਆ। PTC ਉੱਤੇ ਨਾਮ ਦੇ ਉੱਤੇ ਵੀ ਧੱਬਾ ਲੱਗ ਜਾਂਦਾ ਕਈ ਗੱਲਾਂ ਦੇ ਉੱਤੇ। ਪਿਛਲੇ ਸਮੇਂ ਦੇ ਵਿੱਚ ਵੀ ਰਵਿੰਦਰਾ ਨਾਰਾਇਣ ਜਿਹੜੇ ਉਹਨਾਂ ਦੇ CEO, ਉਹਨਾਂ ਨੂੰ ਵੀ ਜੇਲ੍ਹ ਸਫ਼ਰ ਕਰਨਾ ਪਿਆ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਇਹਨਾਂ ਦੀ ਜਿੱਦ ਉੱਤੇ ਵੀ ਅੜੀਆਂ। ਜੇ ਸਰਕਾਰਾਂ ਇਹ ਵਿਸ਼ੇ ਵੱਖ-ਵੱਖ ਵਿਧਾਨ ਸਭਾ ਦੇ ਵਿੱਚ ਪਾਸ ਕਰਦੀਆਂ ਨੇ, ਬਿਆਨਬਾਜ਼ੀਆਂ ਕਰਦੀਆਂ ਨੇ, ਆਰੋਪ ਪ੍ਰਤਿਆਰੋਪ ਕਰਦੀਆਂ ਨੇ, ਤੇ ਸੁਖਬੀਰ ਸਿੰਘ ਬਾਦਲ ਖੁਦ ਪਿੱਛੇ ਕਿਉਂ ਨਹੀਂ ਹਟ ਜਾਂਦੇ? ਮੈਨੂੰ ਇਹ ਵੀ ਗੱਲ ਸਮਝਣ ਦੇ ਵਿੱਚ ਬੜੀ ਮੁਸ਼ਕਲ ਆਉਂਦੀ ਆ ਕਿ ਇਸ ਮਾਮਲੇ ਦੇ ਵਿੱਚ ਤੇ ਇਹਨਾਂ ਨੂੰ ਖੁਦ ਇਨੀਸ਼ੀਏਟਿਵ ਲੈ ਲੈਣਾ ਚਾਹੀਦਾ। ਪਰ ਦੋਵਾਂ ਦੇ ਜਿਹੜੇ ਪਹਿਲੂ ਹੈਗੇ ਆ, ਸਰਕਾਰ ਨੂੰ ਵੀ ਬੜਾ ਕੇਅਰਫੁਲੀ ਇਹਨਾਂ ਮਾਮਲਿਆਂ ਦੇ ਵਿੱਚ ਦਖਲ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ। ਹਾਲਾਤ ਔਰ ਸਮਾਂ ਔਰ ਹਵਾ ਬਦਲਦੇ, ਕਈ ਵਾਰ ਪਤਾ ਨਹੀਂ ਲੱਗਦਾ ਹੁੰਦਾ। ਸੋ ਇਸ ਕਰਕੇ ਕੌਸ਼ੀਅਸ ਰਹਿਣਾ ਚਾਹੀਦਾ ਹੁੰਦਾ।
ਔਰ ਸਿਰਫ ਲੱਗਦੀ ਆਵਾਜ਼ ਦੇ ਵਿੱਚ ਹੀ ਸਾਰੀਆਂ ਗੱਲਾਂ ਕਰ ਜਾਣੀਆਂ, ਉਹ ਵੀ ਕਿਤੇ ਚੰਗਾ ਸੁਨੇਹਾ ਨਹੀਂ ਦਿੰਦੀਆਂ। ਉੱਥੇ ਦੂਸਰੀ ਪਾਰਟੀ ਦੇ ਦੂਸਰੇ ਚੈਨਲਾਂ ਦੇ ਮਾਲਕਾਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਜੇ ਤੁਹਾਡੇ ਉੱਤੇ ਇਹਨਾਂ ਗੱਲਾਂ ਦੇ ਆਰੋਪ ਲੱਗਦੇ ਆ, ਤੁਸੀਂ ਆਪ ਸਟੈਪ ਬੈਕ ਕਰੋ ਲੋਕਾਂ ਦੀ ਡਿਮਾਂਡ ਦੇ ਉੱਤੇ। ਜੇ ਲੋਕ ਚਾਹੁੰਦੇ ਆ ਕਿ ਇਹਦਾ ਪ੍ਰਸਾਰਣ ਸਾਰੇ ਚੈਨਲ ਕਰ ਲੈਣ ਤੇ ਉਹਨਾਂ ਨੂੰ ਵੀ ਇਸ ਗੱਲ ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਸੇਵਾ ਜੇ ਉਹ ਕਰ ਰਹੇ ਨੇ ਤੇ ਸੇਵਾ ਬਾਕੀਆਂ ਨੂੰ ਵੀ ਕਰਨ ਦਾ ਅਧਿਕਾਰ ਹੈਗਾ। ਜੇ ਉਹਨਾਂ ਦੀ ਡਿਮਾਂਡ ਹੈ ਤੇ ਉਹਨਾਂ ਨੂੰ ਇਹ ਚੀਜ਼ ਮਿਲਣੀ ਚਾਹੀਦੀ। ਬਹੁਤ ਬਹੁਤ ਸ਼ੁਕਰੀਆ ਪਵਨ ਜੀ, ਤੁਸੀਂ ਇਹਨਾਂ ਵਿਸ਼ਿਆਂ ਦੇ ਉੱਤੇ ਸਾਡੇ ਨਾਲ ਗੱਲਬਾਤ ਕੀਤੀ, ਐਨਲਾਈਟਨ ਕੀਤਾ ਸਾਨੂੰ। ਅਸੀਂ ਹੋਰ ਵਿਸ਼ੇ ਲੈ ਕੇ ਤੁਹਾਡੇ ਤੱਕ ਪਹੁੰਚ ਕਰਦੇ ਰਵਾਂਗੇ। ਥੈਂਕ ਯੂ ਸੋ ਮਚ। ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ੍ਰੀ ਅਕਾਲ।